हाँ जी, सत श्री अकाल जी सारिਆਂ ਨੂੰ। ਤਾਂ ਪੈਕਸ ਦੀ ਕਲਾਸ ਤੁਹਾਡਾ ਸਵਾਗਤ ਹੈ ਜੀ। ਤਾਂ ਆਪਾਂ ਡਿਸਕਸ ਕਰੀਏ ਅੱਜ ਦੁਬਾਰੇ ਟੌਪਿਕ ਨੂੰ ਕੰਟੀਨਿਊ ਕਰੀਏ ਇੰਪੋਰਟੈਂਟ ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ। ਤਾਂ ਕੀ ਹੈ ਇਹ ਸੈਸ਼ਨ ਮੈਂ ਪਹਿਲਾਂ ਵੀ ਦੱਸਿਆ ਪੀ-ਟੈਟ ਤੇ ਸੀ-ਟੈਟ ਦੇ ਐਗਜ਼ਾਮ ਲਈ ਬੜਾ ਲਾਭਦਾਇਕ ਹੋਵੇਗਾ ਤੁਹਾਡੇ ਲਈ ਇਹ ਲੈਕਚਰ। ਤਾਂ ਆਪਾਂ ਕੀ ਹੈ ਕੱਲ ਕਾਂਗਰਸ ਦੇ ਸੈਸ਼ਨ ਕੀ ਹੈ ਡਿਸਕਸ ਕਰ ਰਹੇ ਸੀਗੇ। ਤਾਂ ਆਪਾਂ ਕੁਝ ਸੈਸ਼ਨਸ ਦੇ ਕੀ ਹੈ ਡਿਸਕਸ ਕਰ ਚੁੱਕੇ ਸੀ। ਅੱਜ ਆਪਾਂ ਉਸ ਤੋਂ ਅੱਗੇ ਦੇਖਾਂਗੇ ਵੀ ਕਿਹੜੇ ਸੈਸ਼ਨ ਹੈ। ਠੀਕ ਹੈ ਜੀ। ਤਾਂ ਇੱਕ ਵਾਰ ਕੀ ਹੈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਤਾਂ ਫਿਰ ਆਪਾਂ ਕੰਟੀਨਿਊ ਕਰੀਏ ਅੱਗੇ। ਠੀਕ ਹੈ ਜੀ। ਤਾਂ ਉਹ ਸਟਾਰਟ ਕਰੀਏ। ਆਪਾਂ ਦੇਖਿਆ ਸੀ ਕੱਲ ਕਿ ਕਿੱਦਾਂ ਕਾਂਗਰਸ ਦੀ ਸਥਾਪਨਾ ਹੋਈ, ਕਿਹਨੇ ਸਥਾਪਨਾ ਕੀਤੀ, ਏ.ਓ. ਹਿਊਮ ਨੇ। ਉਸ ਟਾਈਮ ਭਾਰਤ ਦਾ ਵਾਇਸਰਾਏ ਲਾਰਡ ਡਫਰਿਨ। ਤਾਂ ਪਹਿਲਾ ਸੈਸ਼ਨ ਹੋਇਆ ਬੰਬੇ 1885, ਦੂਸਰਾ ਸੈਸ਼ਨ ਹੋਇਆ ਕਲਕੱਤਾ, ਤੀਸਰਾ ਮਦਰਾਸ, ਚੌਥਾ ਇਲਾਹਾਬਾਦ, ਪੰਜਵਾਂ ਫਿਰ ਬੰਬੇ। ਉਸ ਤੋਂ ਬਾਅਦ ਅੱਜ ਆਪਾਂ ਅੱਗੇ ਕੰਟੀਨਿਊ ਕਰਾਂਗੇ ਸੈਸ਼ਨ ਕਿ ਕਿਹੜੇ ਟਾਈਮ ਤੇ ਅਲੱਗ-ਅਲੱਗ ਸਮੇਂ ਤੇ ਕਾਂਗਰਸ ਦੇ ਸੈਸ਼ਨ ਕਿਹੜੀ ਥਾਂ ਤੇ ਹੋਏ ਤੇ ਉੱਥੇ ਕਿਹੜੇ ਵਿਚਾਰ ਡਿਸਕਸ ਕੀਤੇ ਗਏ। ਠੀਕ ਹੈ ਜੀ। ਤਾਂ ਆਪਾਂ ਸਟਾਰਟ ਕਰੀਏ। ਸਭ ਤੋਂ ਪਹਿਲਾਂ ਆਪਣਾ ਇੱਕ ਸੈਸ਼ਨ ਹੋਇਆ 1891 ਚ ਕਾਂਗਰਸ ਦਾ ਸੈਸ਼ਨ ਹੋਇਆ ਜਿਹਦੇ ਪ੍ਰੈਜ਼ੀਡੈਂਟ ਸੀ ਪੰਡਿਤ ਆਨੰਦ ਚਾਰਲੂ। ਪੰਡਿਤ ਆਨੰਦ ਚਾਰਲੂ ਪ੍ਰੈਜ਼ੀਡੈਂਟ ਸੀਗੇ। ਕਿੱਥੇ ਹੋਇਆ ਸੈਸ਼ਨ? ਨਾਗਪੁਰ ਦੇ ਵਿੱਚ। ਇਹ ਸੈਸ਼ਨ 'ਚ ਕੀ ਹੋਇਆ? ਇਹ ਸੈਸ਼ਨ 'ਚ ਹੋਇਆ ਪਹਿਲਾਂ ਆਪਣਾ ਕਾਂਗਰਸ ਦੇ ਨਾਮ ਦੇ ਅੱਗੇ ਆਪਾਂ ਕਿਹੜਾ ਸ਼ਬਦ ਯੂਜ਼ ਕੀਤਾ? ਇੰਡੀਅਨ ਨੈਸ਼ਨਲ। ਇਸ ਤੋਂ ਪਹਿਲਾਂ ਕੱਲੀ ਕਾਂਗਰਸ ਕਹੀ ਜਾਂਦੀ ਸੀ। ਕਾਂਗਰਸ ਦੇ ਅੱਗੇ ਇੰਡੀਅਨ ਨੈਸ਼ਨਲ ਸ਼ਬਦ ਲਾਉਣ ਦਾ ਜਿਹੜਾ ਸੁਝਾਅ ਸੀ ਉਹ 1891 ਦੇ ਨਾਗਪੁਰ ਸੈਸ਼ਨ ਦੇ ਵਿੱਚ ਰੱਖਿਆ ਗਿਆ। ਤਾਂ ਉਸ ਤੋਂ ਬਾਅਦ ਆਪਣੇ ਕਾਂਗਰਸ ਦੇ ਅੱਗੇ ਇੰਡੀਅਨ ਨੈਸ਼ਨਲ ਸ਼ਬਦ ਪੈਣਾ ਸ਼ੁਰੂ ਹੋ ਗਿਆ। ਤੇ ਇਹ ਇੰਡੀਅਨ ਨੈਸ਼ਨਲ ਸ਼ਬਦ ਪਾਉਣ ਦਾ ਸੁਝਾਅ ਕਿਹਨੇ ਦਿੱਤਾ? ਦਾਦਾ ਭਾਈ ਨਰੋਜੀ। ਦਾਦਾ ਭਾਈ ਨਰੋਜੀ ਨੇ ਕਾਂਗਰਸ ਦੇ ਅੱਗੇ ਇੰਡੀਅਨ ਨੈਸ਼ਨਲ ਸ਼ਬਦ ਯੂਜ਼ ਕਰਨ ਲਈ ਕਿਹਾ। ਦਾਦਾ ਭਾਈ ਨਰੋਜੀ ਨੂੰ ਕਿਹਾ ਜਾਂਦਾ ਹੈ ਗ੍ਰੈਂਡ ਓਲਡ ਮੈਨ ਆਫ ਇੰਡੀਆ ਤੇ 3 ਵਾਰ ਕਾਂਗਰਸ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਹੈ 1886, 1893 ਤੇ 1906। ਤਾਂ ਅਗਲਾ ਜਿਹੜਾ ਆਪਣਾ ਇੰਪੋਰਟੈਂਟ ਸੈਸ਼ਨ ਹੈ ਉਹ ਹੈ 1896। ਇਹ ਸੈਸ਼ਨ ਹੋਇਆ ਕਿੱਥੇ? ਪ੍ਰੈਜ਼ੀਡੈਂਟ ਸੀਗੇ ਰਹੀਮਤੁੱਲਾ ਸਿਆਨੀ। ਸੈਸ਼ਨ ਹੋਇਆ ਕਲਕੱਤਾ 'ਚ। ਇਹ ਸੈਸ਼ਨ 'ਚ ਇੱਥੇ ਥੋੜਾ ਗਲਤ ਹੋ ਚੁੱਕਿਆ ਹੈ, ਧਿਆਨ ਨਾਲ ਕਰ ਲਓ। ਇੱਥੇ ਪਹਿਲੀ ਵਾਰ ਕੀ ਗਾਇਆ ਗਿਆ? ਆਪਣਾ ਜਿਹੜਾ ਨੈਸ਼ਨਲ ਸੌਂਗ ਸੀਗਾ ਵੰਦੇ ਮਾਤਰਮ। ਪਹਿਲੀ ਵਾਰ ਜਿਹੜਾ ਆਪਣਾ ਭਾਰਤ ਦਾ ਨੈਸ਼ਨਲ ਸੌਂਗ ਹੈ ਵੰਦੇ ਮਾਤਰਮ ਉਹ ਕਿਹੜੇ ਸੈਸ਼ਨ 'ਚ ਗਾਇਆ ਗਿਆ? ਕਾਂਗਰਸ ਦੇ 1896 ਕਲਕੱਤਾ ਸੈਸ਼ਨ 'ਚ ਗਾਇਆ ਗਿਆ ਵੰਦੇ ਮਾਤਰਮ। ਤੇ ਉਸ ਟਾਈਮ ਪ੍ਰੈਜ਼ੀਡੈਂਟ ਕੌਣ ਸੀ? ਰਹੀਮਤੁੱਲਾ ਸਾਈਨੀ। ਜਿਹੜਾ ਆਪਣਾ ਨੈਸ਼ਨਲ ਸੌਂਗ ਵੰਦੇ ਮਾਤਰਮ ਹੈ ਇਹਦਾ ਜਿਹੜਾ ਟਾਈਮ ਪੀਰੀਅਡ ਹੈ ਕਿੰਨੇ ਟਾਈਮ ਦਾ ਹੁੰਦਾ? ਇਹ 65 ਸੈਕਿੰਡ ਦਾ। 65 ਸੈਕਿੰਡ ਦਾ ਹੁੰਦਾ ਆਪਣਾ ਵੰਦੇ ਮਾਤਰਮ ਜਿਹੜਾ ਨੈਸ਼ਨਲ ਸੌਂਗ ਹੈ। ਇਹਨੂੰ ਲਿਖਿਆ ਕਿਹਨੇ ਸੀ? ਲਿਖਿਆ ਸੀਗਾ ਇਹਨੂੰ ਬੰਕਿਮ ਚੰਦਰ ਚੈਟਰਜੀ। ਬੰਕਿਮ ਚੰਦਰ ਚੈਟਰਜੀ ਦੁਆਰਾ ਲਿਖਿਆ ਗਿਆ ਸੀ ਇਹ ਸੌਂਗ। ਤੇ ਕਿਹੜੀ ਭਾਸ਼ਾ 'ਚ ਲਿਖਿਆ ਗਿਆ ਸੀ? ਸ਼ੁਰੂਆਤ ਦੇ ਵਿੱਚ ਸੰਸਕ੍ਰਿਤ ਲੈਂਗੁਏਜ 'ਚ ਲਿਖਿਆ ਸੀ। ਬਾਅਦ ਵਿੱਚ ਇਹਨੂੰ ਹਿੰਦੀ 'ਚ ਟਰਾਂਸਲੇਟ ਕੀਤਾ ਜਦੋਂ ਆਪਾਂ ਇਹਨੂੰ ਸੰਵਿਧਾਨ ਦੇ ਅੰਦਰ ਐਡ ਕੀਤਾ। ਤਾਂ ਇਹ ਜਿਹੜਾ ਨੈਸ਼ਨਲ ਸੌਂਗ ਕਿਹੜੇ ਨਾਵਲ 'ਚੋਂ ਲਿਆ ਗਿਆ? ਨਾਵਲ ਦਾ ਨਾਮ ਹੈ ਆਨੰਦ ਮੱਠ। ਆਨੰਦ ਮੱਠ ਨਾਵਲ ਲਿਖਿਆ ਸੀ ਜਿਹੜਾ ਕਿ ਸੰਨਿਆਸੀਆਂ ਦੇ ਉੱਪਰ ਸੀਗਾ ਇਹ ਨਾਵਲ। ਇਹ ਲਿਖਣ ਵਾਲੇ ਕੌਣ ਸੀ? ਬੰਕਿਮ ਚੰਦਰ ਚੈਟਰਜੀ। ਇਸੇ ਨਾਵਲ ਦੇ ਵਿੱਚ ਇਹ ਸੌਂਗ ਸੀਗਾ ਇੱਕ ਵੰਦੇ ਮਾਤਰਮ ਜਿਹਨੂੰ ਆਪਾਂ ਨੈਸ਼ਨਲ ਸੌਂਗ ਦਾ ਦਰਜਾ ਦਿੱਤਾ ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਉਸ ਤੋਂ 2 ਦਿਨ ਪਹਿਲਾਂ ਯਾਨੀ 24 ਜਨਵਰੀ 1950 ਨੂੰ ਇਹਨੂੰ ਨੈਸ਼ਨਲ ਸੌਂਗ ਦਾ ਦਰਜਾ ਮਿਲਿਆ। ਪਰ ਇਹ ਸਭ ਤੋਂ ਪਹਿਲੀ ਵਾਰ ਗਾਇਆ ਗਿਆ ਸੀ ਕਾਂਗਰਸ ਦੇ ਕਲਕੱਤਾ ਸੈਸ਼ਨ 1896 ਚ ਰਹੀਮਤੁੱਲਾ ਸਾਈਨੀ ਦੀ ਦੇਖ ਰੇਖ ਹੇਠ। ਠੀਕ ਹੈ ਜੀ। ਇਹ ਸੀਗਾ ਆਪਣਾ 1896 ਵਾਲਾ ਸੈਸ਼ਨ। ਅੱਗੇ ਆਪਾਂ ਦੇਖੀਏ ਕੀ ਚੀਜ਼ ਹੈ। ਅਗਲਾ ਸੈਸ਼ਨ ਹੋਇਆ 1905 ਦੇ ਵਿੱਚ। ਅਗਲਾ ਸੈਸ਼ਨ ਕਿੱਥੇ ਹੋਇਆ ਆਪਣਾ? 1905। ਸੈਸ਼ਨ ਦੇ ਪ੍ਰੈਜ਼ੀਡੈਂਟ ਕੌਣ ਸੀ? ਗੋਪਾਲ ਕ੍ਰਿਸ਼ਨ ਗੋਖਲੇ। ਤੇ ਸੈਸ਼ਨ ਹੋਇਆ ਬਨਾਰਸ ਦੇ ਵਿੱਚ। ਇਸ ਦੇ ਵਿੱਚ ਕੀ ਹੋਇਆ? ਬੰਗਾਲ ਵਿਭਾਜਨ ਦਾ ਵਿਰੋਧ ਕੀਤਾ ਗਿਆ। ਸਭ ਨੂੰ ਪਤਾ ਹੈ 1905 ਚ ਅੰਗਰੇਜ਼ਾਂ ਨੇ ਬੰਗਾਲ ਦੀ ਵੰਡ ਕਰਤੀ ਹਿੰਦੂ ਤੇ ਮੁਸਲਮਾਨਾਂ 'ਚ ਫੁੱਟ ਪਵਾਉਣ ਵਾਸਤੇ। ਉਸੇ ਬੰਗਾਲ ਵਿਭਾਜਨ ਦੇ ਵਿਰੋਧ 'ਚ
ਆਪਾਂ ਸੋਚਿਆ ਵੀ ਬੰਗਾਲ ਵਿਭਾਜਨ ਦਾ ਵਿਰੋਧ ਕਰਾਂਗੇ ਆਪਣੇ ਭਾਰਤੀ ਲੋਕਾਂ ਨੇ ਕਿਹੜੇ ਸੈਸ਼ਨ 'ਚ ਡਿਸਕਸ ਕੀਤਾ। ਗੋਪਾਲ ਕ੍ਰਿਸ਼ਨ ਗੋਖਲੇ 1905 ਬਨਾਰਸ ਸੈਸ਼ਨ 'ਚ ਡਿਸਕਸ ਕੀਤਾ ਗਿਆ ਕਿ ਆਪਾਂ ਬੰਗਾਲ ਵਿਭਾਜਨ ਦਾ ਵਿਰੋਧ ਕਰਾਂਗੇ। ਗੋਪਾਲ ਕ੍ਰਿਸ਼ਨ ਗੋਖਲੇ ਇਹਨਾਂ ਨੂੰ ਕਿਹਾ ਜਾਂਦਾ ਹੀ ਵਾਜ਼ ਪੋਲੀਟੀਕਲ ਗੁਰੂ ਆਫ महात्मा गांधी। महात्मा गांधी दे पॉलिटिकल गुरु सी गोपाल कृष्ण गोखले। ठीक है, आज सब नूं पता है 2 अक्तूबर है तो 2 अक्तूबर नूं अपने की हुंदी है अज अपने हैगी है गांधी जयंती। अज 2 अक्तूबर है तो 2 अक्तूबर 1869 नूं महात्मा गांधी का जन्म होया सी गुजरात के पोरबंदर शहर च। इसे करके 2 अक्तूबर नूं आपां मनाउने हैं इंटरनेशनल नॉन वायलेंस डे। इसे दिन ही 2 अक्तूबर नूं एक होर शख्सियत का जन्म होया सी लाल बहादुर शास्त्री, जिहड़े भारत के दूसरे प्रधानमंत्री बने सीगे। अपने पहले सीगे जवाहर लाल नेहरू, दूसरे बने सी 2 अक्तूबर 1906 नूं जन्म होया सी लाल बहादुर शास्त्री का। इन्हां ने इन्हां दा एक बड़ा प्रसिद्ध नारा है जय जवान ते जय किसान। क्वेश्चन आ जे जय जवान ते जय किसान का नारा किहड़े नेता द्वारा दिता गया सी? लाल बहादुर शास्त्री द्वारा। ठीक है जी, अज लाल बहादुर शास्त्री जयंती भी है। ठीक है, तो 1905 च होया गोपाल कृष्ण गोखले सैशन होया बनारस च। इत्थे बंगाल विभाजन के विरोध बारे की है डिस्कस किया गया। ठीक है जी, तो अगे आप देखिए अगले सैशन नैक्सट। अगला आप देखते हैं बाकी सैशन कितने हुए। नैक्सट पाओ 1906। नैक्सट है जी अपना सैशन कितने होया 1906। 1906 का सैशन होया जिहदी अध्यक्षता कौन कर रहे सीगे? दादा भाई नरोजी, ग्रैंड ओल्ड मैन ऑफ इंडिया। तो सैशन होया कित्थे? कलकत्ता च। मैं तुहानूं कल भी दस्सिया सी कि कांग्रेस के सब तो ज़्यादा सैशन होए कित्थे है? कलकत्ता च। ते इत्थे सब तो पहली बार किहड़ा शब्द यूज़ किया गया भी सानू की चाहिए? स्वराज। स्वराज शब्द की जिहड़ी शुरुआत है इस सैशन च हुई सी दादा भाई नरोजी के सैशन च। ते दादा भाई नरोजी 3 बार कांग्रेस के प्रेजिडेंट रहे 1886, 1893 ते 1906। इन्होंने एक बड़ी फेमस पुस्तक लिखी हुई है। इन्हों की फेमस बुक का नाम है पॉवर्टी एंड अन ब्रिटिशर्स। पॉवर्टी एंड अन ब्रिटिशर्स रूल इन इंडिया। रूल इन इंडिया। पॉवर्टी एंड अन ब्रिटिशर्स रूल इन इंडिया ये इन्हां दी एक फेमस बुक है। इस बुक दे विच इन्हां ने एक थ्योरी दी सी ड्रेन ऑफ वेल्थ थ्योरी। इन्हां ने एक थ्योरी दी सी किहड़ी? ड्रेन ऑफ वेल्थ थ्योरी। दादा भाई नरोजी ने इस पुस्तक च ड्रेन ऑफ वेल्थ थ्योरी का सिद्धांत दिता सी। ड्रेन ऑफ वेल्थ का मतलब की हुंदा है कि इन्हां ने दस्सिया कि किस तरह अंग्रेज अपने भारत का पैसा ही की है पानी वांगू बहाया जा रहा है, ड्रेन हो रहा है। तो ड्रेन हो कित्थे इन्वेस्ट हो रहा है? लंडन दे विच। तो अंग्रेज़ों ने अपने भारतीय पैसे नूं की कीता? बहुत ज़्यादा ड्रेन किया। इत्थों वो माल खरीद के इत्थों का पैसा कमा के आपदी कंट्री च यूज़ करते सी। डैट इज़ कॉल्ड ड्रेन ऑफ वेल्थ थ्योरी। ठीक है जी, दादा भाई नरोजी। तो ये अपनी ब्रिटिश पार्लीमेंट के MP भी रह चुके हैं पहली बार, जो मैं कल दस्सिया सी तुहानूं। चलो आओ देखिए नैक्सट सैशन। नैक्सट सैशन देखो मोस्ट इंपॉर्टेंट है 1907। प्रेजिडेंट रहे रास बिहारी घोष। रास बिहारी घोष की है प्रेजिडेंट रहे 1907 दे विच। ये सैशन होया कित्थे? गुजरात दे सूरत च। सूरत दे विच सैशन होया। ठीक है जी, रास बिहारी घोष की होया ਇਹਦੇ ਵਿੱਚ ਜਿਹੜੀ ਕਾਂਗਰਸ ਦੀ ਕੀ ਹੋਗੀ? ਸਪਲਿਟ ਹੋ ਗਈ ਕਾਂਗਰਸ। ਸਪਲਿਟ ਆਫ ਕਾਂਗਰਸ। ਕਾਂਗਰਸ ਦੇ ਦੋ ਟੁਕੜੇ ਹੋ ਗਏ ਜੀ। ਕਾਂਗਰਸ ਦੇ ਵਿੱਚ ਦੋ ਵਿਚਾਰਧਾਰਾ ਦੇ ਲੋਕ ਪੈਦਾ ਹੋ ਗਏ, ਗਰਮ ਦਲ ਦੇ ਲੋਕ ਤੇ ਨਰਮ ਦਲ ਦੇ ਲੋਕ।
ਗਰਮ ਦਲ ਦੀ ਗੱਲ ਕਰੀਏ ਆਪਾਂ, ਜਿਹੜੇ ਕੀ ਹੈ ਨਰਮਾਈ ਨਾਲ ਅੰਗਰੇਜ਼ਾਂ ਮੂਹਰੇ ਨਰਮੀ ਨਾਲ ਪੇਸ਼ ਆਉਂਦੇ ਸੀ। ਗਰਮ ਦਲ 'ਚ ਆਪਾਂ ਲਾ ਲਈਏ ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ, ਬਿਪਿਨ ਚੰਦਰ ਪਾਲ। ਇਹ ਕੁਝ ਗਰਮ ਜੋਸ਼ੀ ਵਾਲੇ ਲੋਕ ਸੀ ਜਿਹੜੇ ਕੀ ਹੈ ਅੰਗਰੇਜ਼ਾਂ ਤੋਂ ਕੀ ਹੈ ਬੜੇ ਗਰਮ ਸੁਭਾਅ ਨਾਲ ਕੀ ਹੈ ਆਜ਼ਾਦੀ ਲੈਣਾ ਚਾਹੁੰਦੇ ਸੀ। ਸਪਲਿਟ ਆਫ ਕਾਂਗਰਸ, ਠੀਕ ਹੈ ਜੀ। ਤਾਂ ਕਹਿੰਦੇ ਕਾਂਗਰਸ ਦੋ ਗੁੱਟਾਂ 'ਚ ਕਦੋਂ ਵੰਡੀ ਗਈ? 1907 ਸੂਰਤ ਸੈਸ਼ਨ, ਰਾਸ ਬਿਹਾਰੀ ਘੋਸ਼। ਅਗਲਾ ਦੇਖੋ ਨੈਕਸਟ ਕੀ ਹੈ 1908। 1908 ਦੇ ਵਿੱਚ ਵੀ ਪ੍ਰੈਜ਼ੀਡੈਂਟ ਇਹੀ ਰਹੇ, ਕੌਣ? ਰਾਸ ਬਿਹਾਰੀ ਘੋਸ਼। 1908 ਦੇ ਵਿੱਚ ਵੀ ਰਾਸ ਬਿਹਾਰੀ ਘੋਸ਼ ਬਣੇ ਤੇ ਸੈਸ਼ਨ ਹੋਇਆ ਮਦਰਾਸ ਦੇ ਵਿੱਚ। ਸੈਸ਼ਨ ਮਦਰਾਸ 'ਚ। ਤੇ ਇਹ ਸੈਸ਼ਨ 'ਚ ਕੀ ਇੰਪੋਰਟੈਂਟ ਕੰਮ ਹੋਇਆ? ਇਹ ਸੈਸ਼ਨ ਦੇ ਵਿੱਚ ਕੀ ਹੈ ਕਾਂਗਰਸ ਦਾ ਕੌਂਸਟੀਟਿਊਸ਼ਨ ਪਾਸ ਹੋਇਆ। ਕੋਈ ਵੀ ਪਾਰਟੀ ਬਣਦੀ ਹੈ ਉਹ ਆਪਦਾ ਇੱਕ ਸੰਵਿਧਾਨ ਬਣਾਉਂਦੀ ਹੈ ਕਿ ਉਹ ਪਾਰਟੀ ਦੇ ਕਾਨੂੰਨ ਹੁੰਦੇ ਆ ਵੀ ਉਹਨੇ ਕਿੱਦਾਂ ਕਿੱਦਾਂ ਕੰਮ ਕਰੂਗੀ ਉਹ ਪਾਰਟੀ। ਤਾਂ ਕਾਂਗਰਸ ਦੇ ਸੰਵਿਧਾਨ ਨੂੰ ਲੈ ਕੇ ਇੱਕ ਬਿੱਲ ਪਾਰਿਤ ਹੋਇਆ ਸੀ 1908 ਰਾਸ ਬਿਹਾਰੀ ਘੋਸ਼ ਮਦਰਾਸ ਸੈਸ਼ਨ। ਤਾਂ ਇਹ ਲਗਾਤਾਰ ਦੋ ਵਾਰ ਪ੍ਰੈਜ਼ੀਡੈਂਟ ਬਣੇ ਰਾਸ ਬਿਹਾਰੀ ਘੋਸ਼। ਪਹਿਲੀ ਵਾਰ ਸੂਰਤ ਸੈਸ਼ਨ ਹੋਇਆ, ਦੂਸਰੀ ਵਾਰ ਮਦਰਾਸ 'ਚ। ਸੂਰਤ ਵੇਲੇ ਕਾਂਗਰਸ ਦੋ ਗੁੱਟਾਂ 'ਚ ਵੰਡੀ ਗਈ, ਦੋ ਵਿਚਾਰਧਾਰਾ ਬਣ ਗਿਆ, ਗਰਮ ਦਲ ਨਰਮ ਦਲ। ਤੇ 8 ਦੇ ਵਿੱਚ ਮਦਰਾਸ 'ਚ ਹੋਇਆ, ਕਾਂਗਰਸ ਦਾ ਸੰਵਿਧਾਨ ਬਣਿਆ ਇਸ ਸੈਸ਼ਨ ਦੇ ਵਿੱਚ, ਠੀਕ ਹੈ ਜੀ। ਅਗਲਾ ਕੁਐਸਚਨ ਇੰਪੋਰਟੈਂਟ ਜੀ, ਅਗਲਾ ਸੈਸ਼ਨ ਦੇਖੀਏ ਕੀ ਹੋਇਆ। अगला सेशन देखो 1911। अगला सेशन 1911। लिखो प्रेसिडेंट कौन सी? भीषण नारायण धर। ये भी सैशन कित्थे होया? कलकत्ता दे विच। तो देखिए कलकत्ता सब तो ज़्यादा सैशन होया है। वैसे कलकत्ता है किहड़ी नदी के किनारे? हुगली नदी के किनारे वसिया होया है कलकत्ता शहर, ठीक है जी। ये विच की होया? फर्स्ट टाइम, पहली बार, फर्स्ट टाइम आपां की गाया? जन गण मन। पहली बार अपने देश की नैशनल एंथम गाई गई। नैशनल एंथम दर्जा तो बाद विच मिलिया इहनूं। पहली बार जनगण मन इत्थे गाया गया सी कांग्रेस के कलकत्ता सैशन 1911। ते प्रेजिडेंट कौन सी? भीषण नारायण दर, ठीक है जी। जिहड़ी जनगण मन है अपने देश का राष्ट्रीय गान है, नैशनल एंथम है। इहदा टाइम पीरियड हुंदा 52 सैकेंड। इहनूं लिखिया किने सी? रविंद्र नाथ टैगोर ने। रविंद्र नाथ टैगोर, ठीक है जी। किहड़ी भाषा च लिखिया सी इहनूं? शुरुआत दे विच बंगाली भाषा, बंगाली भाषा च लिखिया सी। ते रविंद्र नाथ टैगोर, ठीक है जी। जनगण मन बंगाली भाषा च सीगी। ते आपां गल करिए इहनूं संविधान दे अंदर कड़ो ऐड कीता आपां 24 जनवरी 1950 नूं इहनूं नैशनल एंथम का दर्जा मिलिया जनगण मन नूं, ठीक है जी। जनगण मन। अगे रविंद्र नाथ टैगोर की गल करिए, इन्हां नूं एक उपाधि मिली हुई है, एक टाइटल है। इन्हां दे नाम दे अगे आपां की शब्द लाउने हैं? इन्हां दे नाम दे अगे शब्द लगदा है गुरुदेव। इन्हां दा पूरा नाम है गुरुदेव रविंद्र नाथ टैगोर। ते इन्हां नूं गुरुदेव कहण वाले कौन सी? महात्मा गांधी। महात्मा गांधी द्वारा इहनूं गुरुदेव का टाइटल मिलिया सी। महात्मा गांधी ने इन्हां नूं गुरुदेव कह के पुकारिया सी पहली बार रविंद्र नाथ टैगोर नूं, ठीक है जी। तो यह सीगा अपना कांग्रेस का सैशन कलकत्ता च होया। पहली बार जनगण मन गाई गई, ठीक है जी। अगला देखो सैशन की होया जी, नैक्सट देखिए। नैक्सट आओ सैशन बारे। जन गण। अगला सैशन 1912। अगला लिखो केड़ा है? 1912। रघुनाथ
नरसिंह माधोलकर, रघुनाथ नरसिंह माधोलकर, रघुनाथ नरसिंह माधोलकर, रघुनाथ नरसिंह माधोलकर। ते सैशन कित्थे होया? बांकीपुर दे विच, ठीक है जी, बांकीपुर। मैं फिर दस रहा तुहानूं वार वार जी कि ਜਿਹੜੇ ਆਪਾਂ ਸੈਸ਼ਨ ਪਾ ਰਹੇ ਇਹਨਾਂ ਦੇ ਵਿੱਚ ਇੱਕ ਜਾਂ ਦੋ ਕੁਐਸਚਨ ਅਕਸਰ ਜ਼ਰੂਰ ਪੁੱਛੇ ਜਾਂਦੇ ਆ ਕਾਂਗਰਸ ਨਾਲ ਰਿਲੇਟਡ ਪੀਟੈਟ ਤੇ ਸੀਟੈਟ ਦੇ ਐਗਜ਼ਾਮ ਦੇ ਵਿੱਚ। ਇਸ ਕਰਕੇ ਮੈਂ ਵਾਰ-ਵਾਰ ਕਹਿ ਰਿਹਾ ਸੈਸ਼ਨ ਪੀਟੈਟ ਤੇ ਸੀਟੈਟ ਦੇ ਐਗਜ਼ਾਮ ਦੇ ਲਈ ਬੜਾ ਲਾਭਦਾਇਕ ਹੋਵੇਗਾ ਜੀ। ਕਾਂਗਰਸ ਨਾਲ ਇੱਕ ਜਾਂ ਦੋ ਕੁਐਸਚਨ ਦੀ ਵੇਟੇਜ ਜ਼ਰੂਰ ਹੁੰਦੀ ਹੈ ਹਰ ਸਾਲ ਪੇਪਰ ਦੇ ਵਿੱਚ। ਰਘੁਨਾਥ ਨਰਸਿੰਘ ਮਾਧੋਲਕਰ ਬਾਂਕੀਪੁਰ ਸੈਸ਼ਨ, ਇਹਦੇ ਵਿੱਚ ਕੀ ਕਿਹਾ ਗਿਆ? ਜਿਹੜੇ ਆਪਣੇ ਸੀਗੇ ਜਿਨ੍ਹਾਂ ਨੇ ਕਾਂਗਰਸ ਦੀ ਸਥਾਪਨਾ ਕੀਤੀ ਸੀ ਏ.ਓ. ਹਿਊਮ, ਜਿਹੜੇ ਕਿ ਇੱਕ ਸਕਾਟਲੈਂਡ ਦੇ ਨਿਵਾਸੀ ਸੀ, ਬ੍ਰਿਟਿਸ਼ ਸੇਵਾ ਤੋਂ ਰਿਟਾਇਰ ਹੋਏ ਹੋਏ ਸੀ। ਇਹਨਾਂ ਨੂੰ ਇੱਥੇ ਆਪਾਂ ਅਨਾਉਂਸ ਕਰਤਾ ਕਿ ਕਾਂਗਰਸ ਦਾ ਪਿਤਾ, ਇਹਨਾਂ ਨੂੰ ਅਨਾਉਂਸਮੈਂਟ ਹੋ ਗਈ ਵੀ ਆਏ ਕਾਂਗਰਸ ਦੇ ਪਿਤਾ ਕਹੇ ਜਾਣਗੇ ਅੱਜ ਤੋਂ। ਤਾਂ ਫਾਦਰ ਆਫ ਕਾਂਗਰਸ ਇਹਨਾਂ ਨੂੰ ਇਹ ਸੈਸ਼ਨ ਦੇ ਵਿੱਚ ਅਨਾਉਂਸ ਕੀਤਾ ਗਿਆ ਕਿ ਆਪਣੇ ਕਾਂਗਰਸ ਦੇ ਪਿਤਾ ਹੈ ਏ.ਓ. ਹਿਊਮ, ਠੀਕ ਹੈ। 1912 ਬਾਂਕੀਪੁਰ ਸੈਸ਼ਨ। ਅਗਲਾ ਦੇਖੀਏ ਸੈਸ਼ਨ ਆਪਾਂ ਕਾਂਗਰਸ ਦਾ 1916, ਮੋਸਟ ਇੰਪੋਰਟੈਂਟ ਸੈਸ਼ਨ ਹੈ। ਸਟਾਰ ਪਾ ਲਓ ਜੀ, ਜਿਹੜੇ ਆ ਸੈਸ਼ਨ ਦੇ ਸਟਾਰ ਪਾਇਆ ਇੰਪੋਰਟੈਂਟ ਹੈ ਜੀ। 1916 ਲਿਖੋ, ਅੰਬਿਕਾ ਚਰਨ ਮਜੂਮਦਰ, ਅੰਬਿਕਾ ਚਰਨ ਮਜੂਮਦਰ। ਠੀਕ ਹੈ। ਸੈਸ਼ਨ ਹੋਇਆ ਲਖਨਊ ਦੇ ਵਿੱਚ, लखनऊ यूपी ਦੇ ਵਿੱਚ ਪੈਂਦਾ ਲਖਨਊ। ਲਖਨਊ ਹੈ ਕਿਹਦੇ ਕਿਨਾਰੇ? ਗੋਮਤੀ ਨਦੀ। ਕਿਹੜੀ ਰਿਵਰ ਦੇ ਕਿਨਾਰੇ ਹੈ ਲਖਨਊ? ਗੋਮਤੀ ਰਿਵਰ। ਤਾਂ ਲਖਨਊ ਦੇ ਵਿੱਚ ਸੈਸ਼ਨ ਹੋਇਆ। ਇਹਦੇ ਵਿੱਚ ਕੀ ਹੋਇਆ? ਜਿਹੜੇ ਆਪਣੇ ਗਰਮ ਦਲ ਤੇ ਨਰਮ ਦਲ ਸੀਗਾ ਉਹਨਾਂ ਦਾ ਆਪਸ 'ਚ ਕੀ ਹੋ ਗਿਆ? ਸਮਝੌਤਾ। ਜਿਹੜੇ ਗਰਮ ਦਲ ਤੇ ਨਰਮ ਦਲ ਦੇ ਵਿੱਚ ਫੁੱਟ ਪਈ ਸੀ 1907 'ਚ, ਉਹ ਫੁੱਟ ਸਮਾਪਤ ਹੋ ਗਈ 1916 'ਚ ਆ ਕੇ। ਆਪਸ ਦੇ ਵਿੱਚ ਸਮਝੌਤਾ ਹੋ ਗਿਆ ਤੇ ਕੀ ਹੋ ਗਏ? ਦੋਨੇ ਗਰਮ ਦਲ ਤੇ ਨਰਮ ਦਲ ਆਪਸ 'ਚ ਇਕਜੁੱਟ ਹੋ ਗਏ ਜੀ। ਠੀਕ ਹੈ। ਕਿਹੜੇ ਸੈਸ਼ਨ 'ਚ ਹੋਏ? ਲਖਨਊ ਸੈਸ਼ਨ। ਠੀਕ ਹੈ ਜੀ। ਅੰਬਿਕਾ ਚਰਨ ਮਜੂਮਦਰ ਦੀ ਦੇਖ ਰੇਖ ਹੇਠ 1916। ਠੀਕ ਹੈ। ਗਰਮ ਦਲ ਤੇ ਨਰਮ ਦਲ ਦੀ ਕੀ ਹੋ ਗਈ? ਇਕਜੁੱਟਤਾ ਹੋ ਗਈ ਜੀ। ਅਗਲਾ ਆਪਾਂ ਦੇਖੀਏ ਜੀ, चलो आगे देखिए। 1917 सैशन, एनी बेसेंट। फिर सैशन कित्थे होया? कलकत्ता, हुगली नदी के किनारे कलकत्ता। ठीक है। फर्स्ट वूमेन प्रेजिडेंट ऑफ कांग्रेस, कांग्रेस की पहली वूमेन प्रेजिडेंट बनी कौन? एनी बेसेंट। तो भारतीय राष्ट्रीय कांग्रेस की पहली महिला अध्यक्ष बनी एनी बेसेंट। जे क्वेश्चन आ जाए पहली वूमेन प्रेजिडेंट, मोस्ट इंपोर्टेंट है, स्टार पा लो। फर्स्ट वूमेन प्रेजिडेंट बनी सी एनी बेसेंट। एनी बेसेंट की सी? एक आयरिश लेडी सीगी जी, आयरिश लेडी, आयरलैंड तो सी। ਇਹਨੇ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਕਾਹਦੀ ਡਿਮਾਂਡ ਕੀਤੀ ਸੀ? ਫੰਡਾਮੈਂਟਲ ਰਾਈਟਸ ਦੀ ਡਿਮਾਂਡ ਇਹਨੇ ਰੱਖੀ ਸੀ। ਠੀਕ ਹੈ ਜੀ। ਆਇਰਲਿਸ਼ ਲੇਡੀ ਸੀ, ਆਇਰਲੈਂਡ ਤੋਂ ਸੀਗੀ। ਇਹਨੇ ਭਾਰਤ 'ਚ ਇੱਕ ਮੂਵਮੈਂਟ ਸਟਾਰਟ ਕੀਤੀ ਸੀ ਬਾਲ ਗੰਗਾਧਰ ਤਿਲਕ ਨਾਲ ਮਿਲ ਕੇ। ਕਿਹੜੀ ਮੂਵਮੈਂਟ? ਹੋਮ ਰੂਲ ਮੂਵਮੈਂਟ। ਠੀਕ ਹੈ ਜੀ। ਇਹਨੇ ਦੋ ਅਖਬਾਰ ਵੀ ਆਪਦੇ ਸ਼ੁਰੂ ਕੀਤੇ ਸੀ ਭਾਰਤ ਦੇ ਵਿੱਚ। ਉਹ ਅਖਬਾਰਾਂ ਦੇ ਨਾਮ ਸੀਗੇ ਕਾਮਨਵੈਲ ਤੇ ਨਿਊ ਇੰਡੀਆ। ਦੋ ਸਮਾਚਾਰ ਪੱਤਰ, ਇਹ ਕੀ ਹੈ? ਦੋ ਸਮਾਚਾਰ ਪੱਤਰ ਕੀ ਹੈ? ਪ੍ਰਕਾਸ਼ਿਤ ਕਰਦੀ ਸੀਗੀ ਐਨੀ ਬੈਸੈਂਟ। ਇਹ ਸਮਾਚਾਰ ਪੱਤਰਾਂ ਦੇ ਵਿੱਚ ਦੇਸ਼ ਦੀ ਭਾਵਨਾ ਬਾਰੇ, ਦੇਸ਼ ਦੇ ਵਿੱਚ ਰਾਸ਼ਟਰਵਾਦ ਦੀ ਭਾਵਨਾ ਕਿੱਦਾਂ ਪੈਦਾ ਹੋਵੇ, ਅੰਗਰੇਜ਼ਾਂ ਬਾਰੇ ਲਿਖਿਆ ਜਾਂਦਾ ਸੀ ਇਹਨਾਂ ਸਮਾਚਾਰ ਪੱਤਰਾਂ 'ਚ। ਐਨੀ ਬੈਸੈਂਟ, ਕਾਮਨਵੈਲ ਤੇ ਨਿਊ ਇੰਡੀਆ। ਠੀਕ ਹੈ ਜੀ। ਇੱਕ ਆਇਰਲੈਂਡ ਲੇਡੀ ਸੀ
ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਅਧਿਕਸ਼ ਬਣੀ। ਇਹਨੇ ਭਾਰਤ ਦੇ ਸਭ ਤੋਂ ਪਹਿਲਾਂ ਫੰਡਾਮੈਂਟਲ ਰਾਈਟਸ ਦੀ ਮੰਗ ਰੱਖੀ ਸੀ ਅੰਗਰੇਜ਼ਾਂ ਅੱਗੇ, ਮਿਸਟਰ ਐਨੀ ਬੈਸੈਂਟ ਨੇ। ਠੀਕ ਹੈ ਜੀ, ਚਲੋ ਆਓ ਆਪਾਂ ਅੱਗੇ ਦੇਖੀਏ ਇਹਨਾਂ ਬਾਰੇ। चलो देखो, उन्नीस सौ तेई, ये भी स्टार पालो। मौलाना अबुल कलाम आज़ाद, मौलाना अबुल कलाम आज़ाद, सैशन होया दिल्ली। ठीक है जी, इन्हां दे लिख लो यंगेस्ट प्रेजिडेंट ऑफ कांग्रेस। कांग्रेस के सब तो छोटी उम्र च प्रेजिडेंट कौन बने सी? मौलाना अबुल कलाम आज़ाद। 1923 दिल्ली दे विच सैशन होया सी। भारतीय राष्ट्रीय कांग्रेस का सब तो युवा अध्यक्ष, युवा प्रेजिडेंट मौलाना अबुल कलाम आज़ाद। ठीक है, ये भी एक अखबार कढ़िया होया सी इन्हां ने, एक उर्दू दे विच न्यूज़पेपर कढ़दा हुंदा सी, इहदा नाम सी न्यूज़पेपर दा अल हिलाल। अल हिलाल नाम दा की एक अखबार कढ़िया जांदा सी इहदे द्वारा, मौलाना अबुल कलाम आज़ाद द्वारा। ठीक है जी, अगला देखिए जी, नैक्सट 1924, ये भी स्टार पा लो क्योंकि की है क्वेश्चन आंदा है। महात्मा गांधी जी ने, अज है भी गांधी जयंती 2 अक्तूबर है, तो क्वेश्चन आंदा महात्मा गांधी जी ने कांग्रेस के प्रेजिडेंट बने किहड़े सैशन च? महात्मा गांधी ने सिर्फ इक्को बार कांग्रेस के प्रेजिडेंट रहे सी, वो सैशन 1924 सीगा। ठीक है, प्रेजिडेंट कौन सी? महात्मा गांधी। ਜਿਹੜਾ ਇਹਨਾਂ ਦੇ नाम ਦੇ ਅੱਗੇ महात्मा शब्द लगता है, ये महात्मा का टाइटल इन्होंने दिता सी किन्ना ने? गुरुदेव रविंद्रनाथ टैगोर ने। देखो रविंद्रनाथ टैगोर नूं टाइटल दिता गुरुदेव का महात्मा गांधी ने, तो गांधी नूं महात्मा का टाइटल दिता सी रविंद्रनाथ टैगोर ने। अगे आपां होर गल कहीए, महात्मा गांधी नूं आपां बोलते हैं फादर ऑफ नेशन, भारत का राष्ट्रपिता। इन्हां नूं राष्ट्रपिता पहली बारी कहा सी सुभाष चंद्र बोस ने, जो सुभाष चंद्र बोस की है एक रेडियो के जरिए उन्होंने सब तो पहला राष्ट्रपिता कह के पुकारा सी महात्मा गांधी नूं। तो यह सैशन होया कित्थे? बैलगांव। बैलगांव दे विच सैशन होया सी महात्मा गांधी का। ठीक है जी, तो इक्को बार सिर्फ की है ओनली वन टाइम प्रेजिडेंट ऑफ कांग्रेस। तो भारत दे सिर्फ इक्को बार प्रेजिडेंट रहे महात्मा गांधी, किहड़े सैशन च? बैलगांव। बैलगांव कित्थे है? करनाटका च। करनाटका च एक जगह पैंदी है बैलगांव, उत्थे होया सी सैशन। उत्थे उस सैशन की जिहड़ी अध्यक्षता है वो महात्मा गांधी द्वारा की गई सी। ठीक है, आओ आप अगे देखिए की चीज़ है जी। थोड़ा जिहा ध्यान नाल देखो, टॉपिक बड़ा इंटरस्टिंग है। सैशनस से बड़े क्वेश्चन पूछे जाते अक्सर, ध्यान रखनी है इस गल। अगला जी 1925, केड़ा सैशन है जी? 1925। 1925 सैशन की अध्यक्षता की सरोजनी नायडू। सरोजनी नायडू। कित्थे होया सैशन? कानपुर दे विच। लिख लियो, फर्स्ट इंडियन वूमेन ऑफ INC, भारतीय राष्ट्रीय कांग्रेस की पहली भारतीय महिला, जिहदा राष्ट्रीय कांग्रेस की पहली औरत प्रेजिडेंट बनी एनी बेसेंट, लेकिन वो भारतीय नहीं सी, वो एक आयरिश लेडी सी। पहली भारतीय लेडी कौन बनी? सरोजनी नायडू। 1925 च कानपुर सैशन होया। सरोजनी नायडू नूं कहा जाता है नाइट एंजल ऑफ इंडिया, भारत की कोकिला। तो इन्हों नाइट एंजल ऑफ इंडिया का टाइटल मिलया होया है। तो नाइट एंजल ऑफ इंडिया किन्हां द्वारा मिलया सी टाइटल? दिता किने सी इन्हां नाइट एंजल टाइटल? महात्मा गांधी।
महात्मा गांधी ने टाइटल दिता सी सरोजनी नायडू नूं नाइटेंजल ऑफ इंडिया। ते कानपुर च सैशन होया। कानपुर है कित्थे? यूपी दे विच। कानपुर नूं कहा जाता है मानचेस्टर ऑफ इंडिया। भारत दा मानचेस्टर है कानपुर, मानचेस्टर ऑफ इंडिया, मानचेस्टर ऑफ सॉरी नॉर्थ इंडिया, मानचेस्टर ऑफ नॉर्थ इंडिया कहा जाता है कानपुर नूं, नॉर्थ इंडिया, मानचेस्टर ऑफ नॉर्थ इंडिया, मानचेस्टर ऑफ नॉर्थ इंडिया कानपुर। ठीक है जी। तो पहली भारती महिला अध्यक्ष सी भारतीय राष्ट्रीय कांग्रेस की, ठीक है, सरोजनी नायडू। इत्थे हुण क्वेश्चन देखो, पहली बार ए सैशन च इंपॉर्टेंट क्वेश्चन है, बहुत रेयर पता होंगे स्टूडेंट्स नूं, पर तू सुनियो जरूर, बहुत घट पता। पहली बार इत्थे एक सॉन्ग गाया गया सी, केड़ा सॉन्ग सी? विजय विश्व तिरंगा प्यारा। पहली बार सॉन्ग गाया गया विजय विश्व तिरंगा प्यारा, केड़े सैशन च? 1925 कानपुर सैशन। तीन गल्लां याद रखियो। पहला नैशनल सॉन्ग वंदे मातरम, 1896 कलकत्ता सैशन रहीमतुल्ला सयानी। 1911 कलकत्ता सैशन भीषण नारायण धर, पहली बार जनगण मन। 1925 कानपुर सैशन सरोजनी नायडू, पहली बार विजय विश्व तिरंगा प्यारा ये सॉन्ग गाया गया। तो इस सॉन्ग नूं लिखिया किने सी? रिटन बाय श्याम लाल गुप्ता पार्षद, इन्हां द्वारा लिखा गया सी जी। श्याम लाल गुप्ता पार्षद, की नाम है इन्हां दा? श्याम लाल गुप्ता पार्षद, इन्हां द्वारा लिखा गया सी। ते यह गाया गया सी सरोजनी नायडू के कानपुर सैशन 1925 दे विच। ठीक है जी। तो ठीक है दोस्तों, अज लिए इन्ना ही स्टूडेंट्स। तो अगे आप कल कंटिन्यू करांगे होर इन्हां सैशनां नूं। तो की ये सैशनस बड़े इंपॉर्टेंट एग्जाम के लिए, पीटैट सीटैट लिए खास करके, क्योंकि इन्हां विचों 1 2 3 क्वेश्चन, 2 या 3 क्वेश्चन अक्सर पूछे जाते हैं भी राष्ट्रीय कांग्रेस कदों बनी, किदां, इहदे रिलेटेड बड़े क्वेश्चन आते हैं। तो आप अज पहुँच चुके हैं 1925 तक। आप 1885 तो लैके 1947 तक जिहड़े इंपॉर्टेंट सैशनस है उन्होंने आप डिस्कस कर रहे हैं। नाल कुछ गल्लां फैक्ट दस रहे हैं भी उस सैशन च किहड़ी खास गल डिस्कस हुई सी, उन्हां बारे आप देखांगे। ठीक है जी। तो फिर एक बार सत श्री अकाल सारिआं नूं। तो आप फिर कल मिलते हैं जी।